ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਵ ਸਰਬ ਨਾਮ ਕਹ ਕਰਮ ਨਾਮ ਬਰਨਤ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੁ ਨ ਛਾਡੈ ਖੇਤ ਧਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ ਦੇਹ ਅਨਿਤ ਨ ਨਿਤ ਰਹੈ ਜਸ ਨਾਵ ਚੜ੍ਹੈ ਭਵ ਸਾਗ ਧੀਰਜ ਧਾਮ ਬਨਾਏ ਇਹ ਤਨ ਬੁੱਧ ਸਿਉ ਦੀਪਕ ਜਿਉ ਉਜਿਆਰੈ ਗਿਆਨ ਕੀ ਬੜਨੀ ਮਨੋ ਹਾਥ ਲੈ ਕਾਕੁਤ ਬਾਰ ਬੁਹਾਰੈ ਗਿਆਨ ਕੀ ਬੜਨੀ ਮਨੋ ਹਾਥ ਲੈ ਕਾਤੁਰਤਾ ਕੁਤ ਬਾਰ ਬੁਹਾਰੈ छतरी को पूत हो छतरी को पूत हो ब्राह्मण को न है कह तप आवत है जो करो और जंजार जिते ग्रह के तुहे त्याग कहाँ चित ताम तरो अब रीज क देहो वह हमको जो हो बेनती कर जोर करो जब आव की आन बनै अत ही रण में तब जूझ मरो छतरी को पूत हो छतरी को पूत हो ब्राह्मण को नह दे शिवा बर मोहे है शुभ कर्मन ते कबहू न टरो न डरो अर सो जबे लरो निश्चय कर अपनी जीत करो लालच हो गुण तो उचरो जब आव की औध निदान बनात ही रण में तब जूझ मरो जंग दरायद काल जमन भगोयद की मन फौज कुशाहम
बामन जंग बुगो कुन ब्याहर गिज दिल मो नजरा कुन वाहम रोज मया दुनिया आफताबम श्याम सबे अदली सब मकुन तो ब्या खुश मातो कुनेम जे जंग गुआहम जे जंग गुआहम खुश मातो कुनेम जे जंग गुआहम खग खंड बेहंडं खलदल खंडं अतरण मंडं बार बंडं भुजदंड अखंडं तेज प्रचंडं ज्योत अमंडं पान प्रभं सुख संता करणं दुर्मत दरणं किल विख हारणं अस शरणं जय जय जग कारण श्रेष्ठ उभारण मम प्रतपारण जय तेगं जय जय जग कारण श्रेष्ठ उभारण मम प्रतपारण जय तेगं चूकार अज हमें हीलते दर गुजस्त हलालस्त बुर्दन बशमशीरे दस्त हम अब गुण परे एक गुण नाही अमृत छाड़ बिख बिख माया मोह परम पै फूले सुत दारा स्यों प्रीत एक उत्तम पंथ सुन्यो गुर संगत तेह मिलंत जम त्रास मिटाई एक अरदास पाठ कीरत की गुर रामदास सुकह टल गुर सेविय अहनस सहज सुपाय दर्शन परस्य गुरु का जन्म मरण दुख होवे सिफत खसमदि नूर अरस कुर सह तुद डिठे सच्चे पातशाह मल जन्म जन्म दे सज्जन सच्चा पातशाह सिर साहांद साहो जिस पास बैठे सोहिए सबना दावे साहो। सतनाम श्री वाहिगुरु साहिब जी। श्लोक माया ममता मोहनी जिन बिन दंता जग खाया मन मुख खादे गुरमुख उबरे जिनी सच नाम चित लाया माया मम बिन दंता जग खाया मन मुख खादे गुरमुख उबरे जिनी सच नाम चित लाया बिन नावै जग कमला फेरै गुरमुख नदरी आया धंधा करतिया ने फल जन्म गवाया सुख दाता मन ना बसाया नानक नाम तिना कौ मिलिया जिन कौ धुर लिख पाया महला तीजा घर ही मह अमृत भरपूर है मन मुखा साध न पाया ज्यों कस्तूरी मिर्ग न जानै
ਭ੍ਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੈ ਆਪ ਖੁਆਇਆ। ਗੁਰਮੁਖ ਬਿਰਲੇ ਸੋਜੀ ਪਾਈ ਤਿਨ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ। ਸਭ ਦੇਹੀ ਨਾਉ ਉਪਜੈ ਸਭ ਦੇ ਮੇਲ ਮਿਲਾਇਆ। ਬਿਨ ਸਬਦੈ ਸਭ ਜਗ ਬਹੁ ਰਾਨਾ ਬਿਰਥਾ ਜਨਮ ਗਵਾਇਆ। ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ। ਪੌੜੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ। ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਿਆਈਐ। ਨਿਰੰਕਾਰ ਨਿਰੰਜਨ ਹਰ ਆਗਮ ਕਿਆ ਕਹਿ ਗੁਣ ਗਾਈਐ। ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ। ਗੁਰ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ। ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ। ਗੁਰ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਦੀਨ ਦੁਨੀਆ ਦੇ ਮਾਲਕ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਮਿਹਰਬਾਨ ਜਗਤ ਸਾਈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਔਰ ਚਮਕੌਰ ਦੀ ਗੜ੍ਹੀ ਦੇ ਵਿੱਚ ਹੋਏ ਸਮੁੱਚੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਰਹੇ ਹੋ। ਤੁਰਕੀ ਅਕਾਲੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਚਮਕੌਰ ਸਾਹਿਬ ਦਾ ਜੋ ਜੰਗ ਹੈ, ਇਹ ਦੁਨੀਆ ਦਾ ਇੱਕ ਐਸਾ ਲਾਸਾਨੀ ਜੰਗ ਹੈ ਜਿਸ ਜੰਗ ਦਾ ਸਾਨੀ ਦੁਨੀਆ ਵਿੱਚ ਕੋਈ ਵੀ ਜੰਗ ਨਹੀਂ। ਪੂਰੇ ਸੰਸਾਰ ਵਿੱਚ ਅਨੇਕਾਂ ਜੰਗ ਹੋਏ ਨੇ, ਅਨੇਕਾਂ ਯੁੱਧ ਹੋਏ ਨੇ, ਬੜੇ ਬੜੇ ਵੱਡੇ ਯੁੱਧ ਵੀ ਹੋਏ ਨੇ। ਉਹ ਯੁੱਧ, ਉਹ ਜੰਗ ਕਿਸੇ ਨਾ ਕਿਸੇ ਪ੍ਰਕਾਰ ਨਾਲ ਆਮੋ ਸਾਹਮਣੇ ਟੱਕਰ ਦੇ ਵਿੱਚ ਬਰਾਬਰ ਦੀ ਫੌਜ ਦੇ ਨਾਲ ਹੁੰਦੇ ਰਹੇ ਹੈ। ਚਮਕੌਰ ਸਾਹਿਬ ਦੀ ਜੰਗ ਦੀ ਜੇ ਬਾਤ ਕਰੀਏ ਤੇ ਇੱਕ ਐਸਾ ਜੰਗ ਹੈ ਕਿ ਇੱਕ ਪਾਸੇ ਕੱਚੀ ਗੜ੍ਹੀ ਦੇ ਵਿੱਚ ਜਿਹਦੀਆਂ ਕੰਧਾਂ ਕੱਚੀਆਂ ਨੇ, ਬਹੁਤ ਮਜ਼ਬੂਤ ਗੜ੍ਹੀ ਨਹੀਂ ਹੈ, ਔਰ ਜਿਹਦੇ ਅੰਦਰ ਕੇਵਲ 40 ਸਿੰਘ ਨੇ ਕਲਗੀਧਰ ਪਾਤਸ਼ਾਹ ਦੇ ਸਮੇਤ, ਔਰ ਬਾਹਰ 10 ਲੱਖ ਫੌਜ ਤੋਂ ਵੀ ਵੱਧ ਦਾ ਘੇਰਾ ਹੈ। 10 ਲੱਖ ਫੌਜ ਤਾਂ ਉਹ ਸੀ ਜਿਹੜੀ ਦਿੱਲੀੋਂ ਤਾਜ਼ਾ ਆਈ ਸੀ,
ਉਸ ਤੋਂ ਪਹਿਲਾਂ ਜਿਹੜੇ ਆਨੰਦਪੁਰ ਸਾਹਿਬ ਸਤਿਗੁਰਾਂ ਨੂੰ ਘੇਰਾ ਪਾਈ ਬੈਠੇ ਸੀ ਉਹ ਵੀ ਅਣਗਿਣਤ ਨੇ। 10 ਲੱਖ ਤੋਂ ਵੀ ਵੱਧ ਫੌਜ ਨੇ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾਇਆ ਹੋਇਆ, ਔਰ ਇੱਕ ਐਸਾ ਗਹਿ ਗੱਚ ਜੰਗ ਹੋਇਆ ਹੈ ਕਿ 40 ਦੇ ਨਾਲ ਲੜਨ ਵਾਲੇ 10 ਲੱਖ ਵੈਰੀ ਹਾਰੇ ਨੇ, ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੱਜ ਦੀ ਇਸ ਜੰਗ ਦੇ ਵਿੱਚ ਜਿੱਤੇ ਨੇ। ਇਸ ਕਰਕੇ ਇਸ ਜੰਗ ਦਾ ਸਾਨੀ ਦੁਨੀਆ 'ਚ ਕੋਈ ਜੰਗ ਨਹੀਂ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਵਕਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਆਏ ਹਨ, ਸਰਸਾ ਨਦੀ ਦੇ ਕਿਨਾਰੇ ਤੇ ਵੀ ਬੜਾ ਭਾਰੀ ਜੰਗ ਹੋਇਆ। ਬਾਬਾ ਜੀਵਨ ਸਿੰਘ, ਭਾਈ ਉਦੇ ਸਿੰਘ ਵਰਗੇ ਲਾਲ ਸਤਿਗੁਰਾਂ ਦੇ ਸ਼ਹੀਦੀ ਪ੍ਰਾਪਤ ਕਰ ਗਏ ਨੇ। ਸਤਿਗੁਰੂ ਜੀ ਰੋਪੜ ਵੱਲ ਵਧੇ ਨੇ। ਨਿਹੰਗ ਖਾਂ ਦੇ ਘਰ ਪਾਤਸ਼ਾਹ ਕੁਝ ਸਮਾਂ ਠਹਿਰੇ। ਬਾਬਾ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਇੱਥੇ ਛੱਡ ਗਏ। ਅੱਗੇ ਵਧੇ ਨੇ। ਲੋਕਾਂ ਨੇ ਮਖੌਲ ਕੀਤਾ। ਜਦੋਂ ਸਤਿਗੁਰਾਂ ਪੁੱਛਿਆ ਕੋਈ ਅੱਗੇ ਟਿਕਾਣਾ ਹੋਵੇ ਤਾਂ ਬਲਦੇ ਹੋਏ ਭੱਠ ਵੱਲ ਇਸ਼ਾਰਾ ਕਰਕੇ ਕਹਿੰਦੇ ਜੀ ਉੱਥੇ ਚਲੇ ਜਾਓ। ਬਲਦੇ ਹੋਏ ਭੱਠ ਵਿੱਚ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਘੋੜੇ ਦੇ ਪੌੜ ਪੈਂਦੇ ਆ ਤੇ ਉਹ ਠੰਡਾ ਠਾਰ ਹੋ ਜਾਂਦਾ ਹੈ। ਇਸ ਤਰ੍ਹਾਂ ਚਲਦਿਆਂ ਚਲਦਿਆਂ ਮਹਾਰਾਜ ਜੀ ਚਮਕੌਰ ਦੇ ਇਲਾਕੇ 'ਚ ਪਹੁੰਚੇ ਨੇ। ਚਮਕੌਰ ਸਾਹਿਬ ਸਤਿਗੁਰੂ ਜੀ ਦੂਜੀ ਵੇਰਾ ਆਏ, ਜਿਹੜਾ ਕੱਲ ਦਿਨ ਲੰਘ ਕੇ ਗਿਆ 7 ਪੋਹ ਦਾ। ਕੱਲ ਦੇ ਦਿਨ ਸਤਿਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਵਿੱਚ ਰਾਤ ਨੂੰ ਉਤਾਰਾ ਕੀਤਾ ਸੀ। ਇੱਕ ਵਾਰ ਪਹਿਲਾਂ ਵੀ ਸਤਿਗੁਰੂ ਜੀ ਨੇ ਚਮਕੌਰ ਸਾਹਿਬ ਚਰਨ ਪਾਏ ਸਨ, ਇੱਥੇ ਨਿਵਾਸ ਕੀਤਾ ਸੀ। ਇਹ ਜਗ੍ਹਾ ਸਤਿਗੁਰਾਂ ਦੀ ਵੇਖੀ ਭਾਲੀ ਜਗ੍ਹਾ ਸੀ। ਐਸਾ ਨਹੀਂ ਸੀ ਕਿ ਸਤਿਗੁਰੂ ਜੀ ਸਿੱਧੇ ਇੱਥੇ ਪਹੁੰਚ ਗਏ ਸੀ। ਇਹ ਸਾਰਾ ਇਲਾਕਾ, ਇਹ ਸਾਰੀ ਜਗ੍ਹਾ ਮਹਾਰਾਜ ਜੀ ਨੇ ਵੇਖੀ ਹੋਈ ਸੀ, ਉਹਦੀ ਪੜਤਾਲ ਕੀਤੀ ਹੋਈ ਸੀ। ਇੱਕ ਸਿਆਣੇ ਸੈਨਾਪਤੀ ਦੀ ਇਹ ਬਿਰਤੀ ਹੁੰਦੀ ਹੈ, ਜਿੱਥੇ ਉਹ ਰਹਿੰਦਾ ਆਲੇ ਦੁਆਲੇ ਦੂਰ ਤਾਈਂ ਜਦੋਂ ਵੈਰੀਆਂ ਦੇ ਨਾਲ ਜੰਗ ਹੋ ਰਹੇ ਹੋਣ ਤਾਂ ਉਹ ਸਭ ਥਾਵਾਂ ਦਾ ਮੁਆਇਨਾ ਕਰ ਲੈਂਦਾ ਵੀ ਕਿੱਥੇ ਕਮਜ਼ੋਰੀ ਹੈ, ਕਿੱਥੇ ਕੱਲ ਨੂੰ ਆਉਣ ਵਾਲੇ ਸਮੇਂ ਵਿੱਚ ਲੜਿਆ ਜਾ ਸਕਦਾ, ਕਿੱਥੇ ਖਲੋ ਕੇ ਮੋਰਚਾ ਲਾਇਆ ਜਾ ਸਕਦਾ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਸਾਰੇ ਇਲਾਕੇ ਦਾ ਚੱਪਾ ਚੱਪਾ ਵੇਖਿਆ ਹੋਇਆ ਸੀ। ਆਨੰਦਪੁਰ ਸਾਹਿਬ ਤੋਂ ਅਕਸਰ ਸ਼ਿਕਾਰ ਖੇਡਦਿਆਂ ਖੇਡਦੇ ਇੱਧਰ ਤੱਕ ਵੀ ਪਾਤਸ਼ਾਹ ਵਿਚਰਦੇ ਸੀ। ਤੋ ਚਮਕੌਰ ਸਾਹਿਬ ਜਿਸ ਵੇਲੇ ਸਤਿਗੁਰੂ ਜੀ ਉਤਰੇ ਨੇ, 40 ਸਿੰਘ ਪਾਤਸ਼ਾਹ ਦੇ ਨਾਲ ਨੇ, ਗੁਰਦੇਵ ਨੇ ਗੜ੍ਹੀ ਵੇਖੀ ਤੇ ਗੜ੍ਹੀ ਦੇ ਮਾਲਕ ਨੂੰ ਸੱਦਾ ਭੇਜਿਆ। ਭਾਈ ਦਇਆ ਸਿੰਘ, ਧਰਮ ਸਿੰਘ ਹੋਣੀ ਗਏ। ਉਹਨੂੰ ਜਾ ਕੇ ਆਖਿਆ ਕਿ ਤੈਨੂੰ ਕਲਗੀਧਰ ਪਾਤਸ਼ਾਹ ਨੇ ਯਾਦ ਕੀਤਾ। ਅੱਗੋਂ ਜਵਾਬ ਦਿੰਦਾ, ਕਹਿੰਦਾ ਜੀ ਮੇਰੇ ਕੋਲ ਉਹਨਾਂ ਨੂੰ ਦੇਣ ਵਾਸਤੇ ਭੇਟਾ ਕੋਈ ਨਹੀਂ ਤੇ ਮੈਂ ਨਹੀਂ ਆ ਸਕਦਾ। ਮਹਾਰਾਜ ਜੀ ਦੇ ਕੋਲ ਸਿੰਘ ਵਾਪਸ ਆ ਗਏ। ਸਤਿਗੁਰਾਂ ਆਖਿਆ ਵੀ ਆਹ ਲੋ ਥੋੜੀਆਂ ਜਿਹੀਆਂ ਸ਼ਰਫੀਆਂ ਸਾਡੇ ਵੱਲੋਂ ਉਹਨੂੰ ਦੇ ਦਿਓ। ਆਖੋ ਵੀ ਸਤਿਗੁਰਾਂ ਨੂੰ ਆਹ ਭੇਟਾ ਕਰਕੇ ਮੱਥਾ ਟੇਕ ਲੈ। ਸਿੰਘਾਂ ਨੇ ਸ਼ਰਫੀਆਂ ਦਿੱਤੀਆਂ। ਇਹ ਫਿਰ ਟਾਲਾ ਮਟੋਲਾ ਕਰੀ ਜਾਵੇ। ਫਿਰ ਖਾਲਸੇ ਨੇ ਵੇਖਿਆ ਵੀ ਇਦਾਂ ਨਹੀਂ ਜਾਂਦਾ, ਫਿਰ ਇਹਨੂੰ ਚੁੱਕ ਕੇ ਲੈ ਕੇ ਆਏ ਸਤਿਗੁਰਾਂ ਦੇ ਕੋਲ। ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆ ਕੇ ਬਿਠਾਇਆ ਤੇ ਗੁਰਦੇਵ ਨੇ ਪੁੱਛਿਆ, ਹਾਂ ਭਾਈ ਆਉਂਦਾ ਨਹੀਂ ਸੀ? ਕਹਿੰਦਾ ਜੀ ਤੁਸੀਂ ਸਰਕਾਰ ਦੇ ਬਾਗੀ ਹੋ, ਮੈਨੂੰ ਡਰ ਆਉਂਦਾ। ਮਹਾਰਾਜ ਜੀ ਕਹਿੰਦੇ ਸਾਨੂੰ ਤੇਰੀ ਗੜ੍ਹੀ ਚਾਹੀਦੀ ਹੈ, ਟਿਕਾਣਾ ਕਰਨਾ, ਇੱਥੇ ਅਸੀਂ ਜੰਗ ਲੜਨਾ, ਵੈਰੀ ਆ ਰਿਹਾ ਹੈ। ਕਹਿੰਦਾ ਜੀ ਇਹ ਕੋਈ ਕਿਲਾ ਥੋੜੀ ਹੈ, ਤਾਂ ਕੱਚੀ ਗੜ੍ਹੀ ਹੈ, ਮੇਰੇ ਰਹਿਣ ਦੇ ਘਰ ਦੀ ਥਾਂ ਹੈ। ਮਹਾਰਾਜ ਜੀ ਕਹਿੰਦੇ ਭਾਈ ਇਹਦੀ ਮਾਇਆ ਲੈ ਲੈ ਜਿੰਨੀ ਤਾਂ ਲੈਣੀ ਹੈ। ਪਰ ਇਹ ਨਹੀਂ ਮੰਨਿਆ, ਉੱਠ ਕੇ ਚਲਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਅੱਗੇ ਵਧੇ ਤੇ ਇਹਦਾ ਇੱਕ ਭਰਾ ਸੀ, ਉਹਦੇ ਨਾਲ ਧੱਕਾ ਕਰਦਾ ਸੀ, ਉਹਦਾ ਵੀ ਗੜ੍ਹੀ ਵਿੱਚ ਹਿੱਸਾ ਸੀ। ਉਹ ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਇਸ ਗੜ੍ਹੀ ਵਿੱਚ ਮੇਰਾ ਵੀ ਹੱਕ ਹੈ, ਤੁਸੀਂ ਮੇਰੇ ਵੱਲੋਂ ਕਿਰਪਾ ਕਰਕੇ ਇਹਦੇ 'ਚ ਪ੍ਰਵੇਸ਼ ਕਰੋ। ਪਾਤਸ਼ਾਹ ਨੇ ਮਾਇਆ ਦਾ ਗੱਫਾ ਉਹਨੂੰ ਦਿੱਤਾ, ਗੜ੍ਹੀ ਖਾਲੀ ਕਰਵਾ ਲਈ। ਔਰ ਗੜ੍ਹੀ ਵਿੱਚ ਜਿਹੜੀ ਰਾਤ ਲੰਘ ਕੇ ਗਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੜਾ ਕੀਤਾ। ਅੱਲਾ ਯਾਰ ਖਾਂ ਯੋਗੀ ਲਿਖਦਾ ਹੈ,
कि महाराज गढ़ी नूं वेख के कहंदे आ, जिस खित्ते में हमको था आना ये वही है, जिस जा पे कल को लुट के है जाना ये वही है, जिस जा पे कल को बच्चों को है कटाना ये वही है, आसमां भी कह दे ठिकाना ये वही है। महाराज जी ने चमकौर दी गढ़ी च पड़ा कीता। ਸਿੰਘ ਆਰਾਮ ਦੇ ਵਿੱਚ ਨੇ, ਕਈ ਸਿੰਘਾਂ ਦੇ ਸਿਰਾਂ ਤੇ ਦੁਮਾਲੇ ਢਿੱਲੇ ਨੇ, ਪਿੱਛੋਂ ਲੰਮਾ ਪੈਂਡਾ ਤੈਅ ਕਰਕੇ ਆਏ ਨੇ, ਭੁੱਖੇ ਵੀ ਨੇ, ਉਹ ਨੀਂਦਰੇ ਵੀ ਨੇ, ਕਈਆਂ ਦੇ ਕਮਰ ਕੱਸੇ ਢਿੱਲੇ ਨੇ ਤੇ ਢਾਲਾਂ ਦੇ ਸਰਾਣੇ ਲਾਏ ਹੋਏ ਤੇ ਚਮਕੌਰ ਦੀ ਗੜ੍ਹੀ ਵਿੱਚ ਸਿੰਘ ਲੇਟੇ ਤੇ ਕਲਗੀਆਂ ਵਾਲੇ ਪਾਤਸ਼ਾਹ ਖਲੋਤੇ ਪਹਿਰਾ ਦੇ ਰਹੇ ਨੇ। ਦੁਨੀਆ ਦੇ ਜਿਤਨੇ ਜਰਨੈਲ ਹੋਏ ਨੇ ਸੰਸਾਰ ਵਿੱਚ ਜਾਂ ਅੱਗੇ ਹੋਣਗੇ, ਕਲਗੀਆਂ ਵਾਲੇ ਪਾਤਸ਼ਾਹ ਵਰਗਾ ਜਰਨੈਲ ਨਾ ਹੋਇਆ ਤੇ ਨਾ ਹੋਵੇਗਾ। ਕਿ ਆਪਣੀ ਫੌਜ ਨੂੰ ਮਹਾਰਾਜ ਜੀ ਇਤਨਾ ਪਿਆਰ ਕਰਦੇ ਕਿ ਉਹਨਾਂ ਦੇ ਚਿਹਰਿਆਂ ਦੇ ਉੱਤੇ ਪਾਤਸ਼ਾਹ ਆਪਣੇ ਗਲ 'ਚ ਪਾਇਆ ਪੱਲੂ ਤੇ ਉਹਦੇ ਨਾਲ ਚਿਹਰਾ ਪੂੰਝਦੇ ਹੈ। ਕਿਸੇ ਦਾ ਦੁਮਾਲਾ ਟੇਢਾ ਹੋਇਆ ਤੇ ਪਾਤਸ਼ਾਹ ਸਿੱਧਾ ਕਰਦੇ, ਕਿਸੇ ਦਾ ਕਮਰ ਕੱਸਾ ਢਿੱਲਾ ਹੋਇਆ ਤੇ ਕਮਰ ਕੱਸਾ ਕੱਸਦੇ ਤੇ ਚਿਹਰਿਆਂ ਦੇ ਉੱਤੇ ਆਪਣੇ ਗਲ 'ਚ ਪਾਏ ਹੋਏ ਪੱਲੂ ਨਾਲ ਚਿਹਰਾ ਪੂੰਝਦਿਆਂ ਕਹਿੰਦੇ, ਕੱਲ ਇਹ ਵੀ ਨਾ ਰਹੇਂਗੇ, ਕੱਲ ਇਹ ਵੀ ਨਾ ਰਹੇਂਗੇ। ਉਹਨਾਂ ਸਾਰੇ ਸਿੰਘਾਂ ਵੱਲ ਪਾਤਸ਼ਾਹ ਦੀ ਦਇਆ ਦ੍ਰਿਸ਼ਟੀ ਹੈ ਤੇ ਚਮਕੌਰ ਦੀ ਗੜ੍ਹੀ ਵਿੱਚ ਪਾਤਸ਼ਾਹ ਦਾ ਪੜਾਅ ਹੈ। ਰਾਤ ਬੀਤ ਗਈ। ਰਾਤੋਂ ਰਾਤ ਦੁਸ਼ਮਣ ਨੇ ਚਮਕੌਰ ਸਾਹਿਬ ਜੀ ਦੇ ਸਾਰੇ ਇਲਾਕੇ ਨੂੰ, ਗੜ੍ਹੀ ਨੂੰ ਘੇਰਾ ਪਾ ਲਿਆ। 10 ਲੱਖ ਦੁਸ਼ਮਣਾਂ ਦੀ ਫੌਜ ਆਈ, ਕਾਲੇ ਰੰਗ ਦੀਆਂ ਵਰਦੀਆਂ ਪਾਈਆਂ ਹੋਈਆਂ। ਮਹਾਰਾਜ ਕਲਗੀਧਰ ਪਾਤਸ਼ਾਹ ਲਿਖਦੇ ਆ ਜ਼ਫਰਨਾਮੇ ਚੌਰੰਗਜੇ ਬਾਦਸ਼ਾਹ ਨੂੰ ਕਿ ਤੇਰੀਆਂ ਭੇਜੀਆਂ ਫੌਜਾਂ ਚਾਰੇ ਪਾਸੇ ਗੜ੍ਹੀ ਦੇ ਘੇਰਾ ਪਾ ਕੇ ਖਲੋਤੀਆਂ, ਇਉਂ ਜਾਪਦਾ ਸੀ ਜਿਵੇਂ ਕਾਲੇ ਰੰਗ ਦੀਆਂ ਮੱਖੀਆਂ ਭਿਣ ਭਿਣਾਉਂਦੀਆਂ ਹੋਣ। ਖਵਾਜਾ ਖਿਜਰ ਖਾਨ ਵਰਗੇ, ਸ਼ੇਰ ਮੁਹੰਮਦ ਖਾਨ ਵਰਗੇ, ਵਜ਼ੀਰ ਖਾਨ ਵਰਗੇ ਬੜੇ ਬੜੇ ਜਰਨੈਲ ਚਮਕੌਰ ਸਾਹਿਬ ਦੇ ਚਾਰੇ ਪਾਸੇ ਘੇਰਾ ਪਾਈ ਬੈਠੇ ਹੈ। ਔਰ ਗਿਣਤੀ ਇੰਨੀ ਹੈ ਫੌਜ ਦੀ, ਜੇ ਚਾਹਣ ਇੱਕ ਇੱਕ ਮੁੱਠੀ ਮਿੱਟੀ ਦੀ ਭਰ ਕੇ ਗੜ੍ਹੀ ਦੇ ਉੱਤੇ ਸੁੱਟਣ ਤੇ ਇੱਕ ਇੱਕ ਮੁੱਠੀ ਭਰ ਕੇ ਲਿਆ ਕੇ ਗੜ੍ਹੀ ਦੇ ਉੱਤੇ ਸੁੱਟਣ ਤੇ ਸਾਰੀ ਗੜ੍ਹੀ ਨੂੰ ਮਿੱਟੀ ਥੱਲੇ ਦੱਬ ਸਕਦੇ ਹੈ। ਇਤਨੀ ਗਿਣਤੀ ਦੀ ਫੌਜ ਹੈ। 10 ਲੱਖ ਤੋਂ ਵੀ ਵੱਧ ਫੌਜ ਹੈ। ਘੇਰਾ ਪਾਇਆ ਜਦੋਂ ਦਿਨ ਚੜ੍ਹਿਆ ਤੇ ਦਿਨ ਚੜ੍ਹਦਿਆਂ ਤਾਈਂ ਸੂਰਜ ਦੀਆਂ ਰਿਸਮਾਂ ਜਦੋਂ ਧਰਤੀ ਤੇ ਪੈਣ ਲੱਗੀਆਂ ਤੇ ਫੌਜਾਂ ਹੀ ਫੌਜਾਂ ਚਾਰੇ ਪਾਸੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੰਘਾਂ ਨੂੰ ਕਿਹਾ, ਖਾਲਸਾ ਜੀ ਗੜ੍ਹੀ ਦੀਆਂ ਚਾਰਾਂ ਕੰਧਾਂ ਦੇ ਉੱਤੇ ਵੀਰ ਆਸਣ ਲਾ ਕੇ ਬਹਿ ਜਾਓ, ਗੋਲੀਆਂ ਚਲਾਓ, ਤੀਰ ਚਲਾਓ, ਕਿਸੇ ਵੀ ਵੈਰੀ ਨੂੰ ਗੜ੍ਹੀ ਦੀ ਕੰਧ ਦੇ ਨੇੜੇ ਨਹੀਂ ਲੱਗਣ ਦੇਣਾ, ਢੇਰ ਲਾ ਦਿਓ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਕੇ ਚਾਰਾਂ ਬਾਹੀਆਂ ਦੇ ਉੱਤੇ ਸਿੰਘ ਖਲੋ ਗਏ। ਚਾਰਾਂ ਬਾਹੀਆਂ ਦੇ ਉੱਤੇ 8-8 ਸਿੰਘ ਬੈਠ ਗਏ। ਕੁਝ ਸਿੰਘ ਦਰਵਾਜ਼ੇ ਦੇ ਉੱਤੇ ਖੜੇ ਨੇ ਕਿ ਵੈਰੀ ਨੂੰ ਦਰਵਾਜ਼ੇ ਦੇ ਨੇੜੇ ਨਾ ਲੱਗਣ ਦੇਣ। ਕੁਝ ਸਿੰਘ ਮਹਾਰਾਜ ਜੀ ਦੇ ਚਾਰੇ ਪਾਸੇ ਜਿਹੜੇ ਨੇ ਉਹ ਜਿੱਥੇ ਜਿੱਥੇ ਮੋਰਚੇ ਨੇ, ਜਿੱਧਰੋਂ ਕੋਈ ਵੱਧ ਫੌਜ ਆਉਂਦੀ ਹੈ ਤੇ ਉਸ ਪਾਸੇ ਜਾ ਕੇ ਵੈਰੀ ਨੂੰ ਰੋਕਦੇ ਆ। ਕਲਗੀਆਂ ਵਾਲੇ ਪਾਤਸ਼ਾਹ ਆਪ ਚਮਕੌਰ ਦੀ ਗੜ੍ਹੀ ਦੇ ਇੱਕ ਅੰਬਾਰੀ ਦੇ ਵਿੱਚ ਗੁੰਬਦ ਦੇ ਵਿੱਚ ਬੈਠੇ ਹੈ ਔਰ ਤੀਰ ਮਾਰ ਮਾਰ ਕੇ ਵੈਰੀਆਂ ਦੀਆਂ ਛਾਤੀਆਂ ਤੇ ਹਿੱਕਾਂ ਨੂੰ ਛਾਨਣੀ ਕਰ ਰਹੇ। ਇੱਕ ਇੱਕ ਤੀਰ 10 ਵੈਰੀਆਂ ਦੀਆਂ ਛਾਤੀਆਂ ਨੂੰ ਘੋਪ ਕੇ ਪਾਰ ਨਿਕਲ ਰਿਹਾ ਹੈ। ਦੜ ਦੜ ਕਰਕੇ ਜ਼ਮੀਨ ਦੇ ਉੱਤੇ ਵੈਰੀਆਂ ਦੇ ਢੇਰ ਲੱਗ ਰਹੇ ਨੇ। ਇਉਂ ਜਾਪਦਾ ਚਮਕੌਰ ਦੀ ਗੜ੍ਹੀ ਦੀਆਂ ਜਿਹੜੀਆਂ ਬਾਹਰਲੀਆਂ ਕੰਧਾਂ ਨੇ, ਉਹਨਾਂ ਕੰਧਾਂ ਦੇ ਨਾਲ ਇੱਕ ਇੱਕ ਕੰਧ ਹੋਰ ਉਸਰ ਗਈ ਹੈ ਔਰ ਉਹ ਕੰਧ ਹੈ ਵੈਰੀਆਂ ਦੀਆਂ ਲਾਸ਼ਾਂ ਦੀ। ਇੱਕ ਇੱਕ ਕੰਧ ਹੋਰ ਚਾਰੇ ਪਾਸੇ ਉਸਰ ਗਈ ਹੈ, ਵੈਰੀਆਂ ਦੀਆਂ ਲਾਸ਼ਾਂ ਦੇ ਢੇਰਾਂ ਦੇ ਢੇਰ ਲੱਗੇ ਹੈ। ਔਰ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਵੇਖਦੇ
ਨਾਰ ਖਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲ ਵਧਿਆ ਪੌੜੀ ਲਾ ਕੇ। ਗੁਰਦੇਵ ਨੇ ਨਾਰ ਖਾਂ ਦੇ ਤੀਰ ਮਾਰਿਆ ਤੇ ਜ਼ਮੀਨ ਵਿੱਚ ਗਰਕ ਹੋ ਗਿਆ। ਇੱਕ ਹੋਰ ਜਰਨੈਲ ਚੜਿਆ, ਉਹਦੇ ਸਿਰ ਵਿੱਚ ਮਹਾਰਾਜ ਜੀ ਦੇ ਹੱਥ ਵਿੱਚ ਗੁਰਜ ਸੀ, ਜ਼ੋਰ ਨਾਲ ਗੁਰਜ ਮਾਰੀ, ਉਹਦਾ ਸਿਰ ਖਖੜੀ ਵਾਂਗੂ ਪਾਟ ਗਿਆ ਤੇ ਉਹ ਵੀ ਜ਼ਮੀਨ ਤੇ ਡਿੱਗ ਪਿਆ। ਤੀਜਾ ਸੀ ਖਵਾਜਾ ਖਿਜ਼ਰ ਖਾਨ। ਖਵਾਜਾ ਖਿਜ਼ਰ ਖਾਨ ਨੇ ਹੌਸਲਾ ਕੀਤਾ। ਇਹ ਵੀ ਜਦੋਂ ਪੌੜੀ ਦਾ ਡੰਡਾ ਪਕੜ ਕੇ ਚੜ੍ਹਨ ਲੱਗਾ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਵਾਜ਼ ਮਾਰੀ, ਆਖਿਆ ਖਵਾਜਾ ਖਿਜ਼ਰ ਖਾਨ ਤਿਆਰ ਹੋ ਜਾ, ਤੀਰ ਆਉਣ ਲੱਗਾ ਜੇ। ਤੇ ਖਵਾਜੇ ਖਿਜ਼ਰ ਖਾਨ ਨੇ ਛਾਲ ਮਾਰੀ ਤੇ ਜਿਹੜੀ ਕੰਧ ਸੀ, ਕੰਧ ਦੇ ਥੱਲੇ ਨਾਲ ਕੰਧ ਦੀ ਜਿਹੜੀ ਜੜ ਹੁੰਦੀ ਆ ਉੱਥੇ ਲੁਕ ਗਿਆ ਵੀ ਇੱਥੇ ਤੀਰ ਨਹੀਂ ਆਉਣ ਲੱਗਾ। ਕਲਗੀਆਂ ਵਾਲੇ ਪਾਤਸ਼ਾਹ ਨੇ ਸਾਰਾ ਚਮਕੌਰ ਦਾ ਜੰਗ ਆਪਣੇ ਪਵਿੱਤਰ ਪਾਵਨ ਬਾਣੀ ਜ਼ਫਰਨਾਮੇ ਵਿੱਚ ਲਿਖਿਆ, ਜੋ ਔਰੰਗਜ਼ੇਬ ਨੂੰ ਮਹਾਰਾਜ ਜੀ ਨੇ ਚਿੱਠੀ ਭੇਜੀ ਸੀ। ਮਹਾਰਾਜ ਜੀ ਲਿਖਦੇ ਆ ਕਿ ਆ ਖਵਾਜਾ ਮਰਦੂਦ ਸਾਏ ਦੀਵਾਰ। ਖਵਾਜਾ ਮਰਦੂਦ, ਮਰਦੂਦ ਕਹਿੰਦੇ ਨੇ ਭ੍ਰਸ਼ਟੇ ਹੋਏ ਨੂੰ, ਮਰਦੂਦ ਕਹਿੰਦੇ ਨੇ ਮਕਾਰ ਬੰਦੇ ਨੂੰ, ਮਰਦੂਦ ਕਹਿੰਦੇ ਨੇ ਕਾਇਰ ਗੀਦੀ ਤੇ ਬੁਜਦਲ ਨੂੰ। ਇਹਦਾ ਨਾਂ ਤਾਂ ਸੀ ਖਵਾਜਾ ਖਿਜ਼ਰ ਖਾਨ, ਪਰ ਸਤਿਗੁਰਾਂ ਨੇ ਇਹਨੂੰ ਖਵਾਜਾ ਮਰਦੂਦ ਲਿਖਿਆ। ਮਹਾਰਾਜ ਜੀ ਕਹਿੰਦੇ, ਉਹ ਖਵਾਜਾ ਮਰਦੂਦ ਤੇਰਾ ਜਰਨੈਲ ਸੀ ਔਰੰਗਿਆ, ਜਿਹਦੇ ਤੇ ਤੂੰ ਬੜਾ ਮਾਣ ਕਰਕੇ ਉਹਨੂੰ ਭੇਜਿਆ ਸੀ। ਉਹ ਆਇਆ ਨਾ ਜਿਸ ਵਕਤ ਪੌੜੀ ਦੇ ਡੰਡਿਆਂ ਨੂੰ ਹੱਥ ਪਾ ਕੇ ਗੜੀ ਦੀ ਕੰਧ ਤੇ ਚੜ੍ਹਨ ਲੱਗਾ, ਮਹਾਰਾਜ ਜੀ ਕਹਿੰਦੇ ਅਸੀਂ ਵੀ ਚੋਣਵਾਂ ਜਿਹਾ ਤੀਰ ਆਪਣੇ ਪੱਥੇ ਚੋਂ ਕੱਢਿਆ, ਚਿਲੇ ਤੇ ਚਾੜਿਆ ਤੇ ਜਦੋਂ ਮਾਰਨ ਲੱਗੇ ਤਾਂ ਉਹ ਲੁਕ ਗਿਆ ਕੰਧ ਦੇ ਉਸ ਓਲੇ ਤੇ ਜੇ ਕਿਤੇ ਤੇਰਾ ਉਹ ਜਰਨੈਲ ਉੱਤੇ ਚੜ੍ਹ ਕੇ ਆਉਣ ਦਾ ਹੌਸਲਾ ਕਰਦਾ ਤੇ ਜਿਹੜਾ ਜਿਵੇਂ ਇੱਕ ਨਾਰ ਖਾਂ ਨੂੰ ਤੀਰ ਬਖਸ਼ਿਆ ਸੀ ਨਾ, ਮਹਾਰਾਜ ਕਹਿੰਦੇ ਇੱਕ ਤੀਰ ਮੈਂ ਤੇਰੇ ਇਸ ਜਰਨੈਲ ਖਵਾਜੇ ਮਰਦੂਦ ਨੂੰ ਵੀ ਬਖਸ਼ ਦਿੰਦਾ, ਔਰ ਐਸਾ ਤੀਰ ਬਖਸ਼ਦਾ ਕਿ ਮਿੱਟੀ ਵਿੱਚ ਗਰਕ ਹੋ ਜਾਂਦਾ, ਮੁੜ ਕੇ ਉੱਠ ਨਾ ਸਕਦਾ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਸ ਪ੍ਰਕਾਰ ਕੋ 2-3 ਜਰਨੈਲ ਇਹਨਾਂ ਦੇ ਮਾਰ ਦਿੱਤੇ, ਵਜ਼ੀਰ ਖਾਨ ਵਰਗੇ ਪਿੱਛੇ ਪਿੱਛੇ ਲੁਕਣ ਲੱਗ ਪਏ। ਕਿਸੇ ਅੰਦਰ ਹੌਸਲਾ ਨਾ ਪਵੇ ਚਮਕੌਰ ਦੀ ਗੜੀ ਦੇ ਨੇੜੇ ਆਉਣ ਦਾ। ਇਧਰ ਸਿੰਘਾਂ ਦੀਆਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਮੁੱਕ ਗਈਆਂ ਨੇ, ਤੀਰ ਚਲਾਉਂਦਿਆਂ ਤੀਰ ਮੁੱਕ ਗਏ ਨੇ। ਆਖਰਕਾਰ ਕਿੰਨਾ ਕੁ ਜ਼ਖੀਰਾ ਸੀ ਕੋਲ, ਉਹ ਜਿਹੜਾ ਅਸਤਰਾਂ ਸ਼ਸਤਰਾਂ ਦਾ ਜ਼ਖੀਰਾ ਸੀ, ਤੀਰ ਤੇ ਬਾਰੂਦ ਸਿੱਕਾ ਗੋਲੀ ਸਮਾਪਤ ਹੋ ਗਿਆ। ਹੁਣ ਮਹਾਰਾਜ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਸਿੰਘਾਂ ਦੇ ਜਥੇ ਬਣਾ ਕੇ ਬਾਹਰ ਹੋ ਕੇ ਲੜੋ। ਇੱਕ ਜਥਾ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਆਗਿਆ ਲੈ ਕੇ 8 ਸਿੰਘਾਂ ਦਾ ਜੰਗ ਦੇ ਮੈਦਾਨ ਵਿੱਚ ਗਿਆ ਹੈ, ਜਿਹਦੇ ਵਿੱਚ ਭਾਈ ਮੋਹਕਮ ਸਿੰਘ ਜੀ ਵਰਗੇ ਪਿਆਰੇ ਗੁਰੂ ਕੇ ਲਾਲ ਗਏ ਨੇ। ਇੱਕ ਨਹੀਂ, 2 ਨਹੀਂ, ਸੈਂਕੜੇ ਵੀ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਵੈਰੀਆਂ ਨੂੰ ਮਾਰਦਿਆਂ ਉਹ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਸਿੰਘਾਂ ਦਾ ਦੂਸਰਾ ਜਥਾ ਗਿਆ, ਉਹ ਵੀ ਲੜ ਕੇ ਸ਼ਹੀਦੀਆਂ ਪਾ ਗਏ। ਤੀਸਰਾ ਜਥਾ ਜਾਣ ਵਾਸਤੇ ਤਿਆਰ ਹੋਇਆ ਤਾਂ ਸਾਹਿਬ ਬਾਬਾ ਅਜੀਤ ਸਿੰਘ ਜੀ ਨੇ ਕਲਗੀਧਰ ਸਵਾਮੀ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ ਦਇਆਨਿਧ ਸਵਾਮੀ ਜੀ ਆਗਿਆ ਦਿਓ ਪਿਤਾ ਜੀ, ਮੈਂ ਰਣ ਵਿੱਚ ਜਾਵਾਂ, ਮੈਨੂੰ ਵੀ ਆਗਿਆ ਦਿਓ ਕਿ ਜੰਗ ਦੇ ਮੈਦਾਨ ਵਿੱਚ ਜਾ ਕੇ ਮੈਂ ਵੈਰੀਆਂ ਨਾਲ ਜੂਝਾਂ। ਕਲਗੀਧਰ ਪਾਤਸ਼ਾਹ ਮੁਸਕਰਾਏ, ਸੀਸ ਤੇ ਹੱਥ ਫੇਰਿਆ, ਆਖਿਆ ਤੂੰ ਲਾਜ ਰੱਖ ਲਈ ਆ ਛਤਰੀ ਦੇ ਪੁੱਤਰ ਹੋਣ ਦੀ, ਕਿ ਤੈਨੂੰ ਆਵਾਜ਼ ਮਾਰ ਕੇ ਨਹੀਂ ਬੁਲਾਉਣਾ ਪਿਆ, ਤੁਸੀਂ ਆਪ ਆਪਣੀ ਇੱਛਾ ਦੇ ਨਾਲ ਆਪਣੇ ਆਪ ਨੂੰ ਪੇਸ਼ ਕੀਤਾ। ਆਉਣ ਵਾਲੇ ਸਮੇਂ ਵਿੱਚ ਮੇਰੇ ਪੰਥ ਵਿੱਚ, ਖਾਲਸੇ ਵਿੱਚ ਤੁਹਾਡੀ ਬਿਰਤੀ ਵਾਲੇ ਸੂਰਮੇ ਹੋਣਗੇ। ਜਦੋਂ ਲੋੜ ਪਿਆ ਕਰੇਗੀ ਖਾਲਸੇ ਪੰਥ ਨੂੰ ਸਿੰਘ ਚਾਅ ਨਾਲ ਆਪਣਾ ਆਪ ਸ਼ਹੀਦੀ ਪ੍ਰਾਪਤ ਕਰਨ ਲਈ ਪੇਸ਼ ਕਰਿਆ ਕਰਨਗੇ। ਸਤਿ ਸ੍ਰੀ ਅਕਾਲ। ਪਾਤਸ਼ਾਹ ਨੇ ਸੀਸ ਤੇ ਹੱਥ ਫੇਰਿਆ, ਸੀਸ ਤੇ ਹੱਥ ਫੇਰ ਕੇ ਕਹਿੰਦੇ ਆ, ਲਾਲ ਜੀ ਇਤਨਾ ਯਾਦ ਰੱਖਿਓ, ਤੁਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦੇ ਪੋਤਰੇ ਹੋ। ਇਹਦੇ ਚ ਗੁੱਝਾ ਸੰਕੇਤ ਸੀ ਕਿ ਸ਼ਹੀਦੀ ਪ੍ਰਾਪਤ ਕਰ ਲੈਣੀ ਹੈ,
ਪਰ ਵੈਰੀ ਦੀ ਈਨ ਨਹੀਂ ਮੰਨਣੀ। ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ। ਤੇ ਬਾਬਾ ਅਜੀਤ ਸਿੰਘ ਜੀ ਨੇ ਹੱਥ ਜੋੜੇ, ਆਖਿਆ ਪਿਤਾ ਜੀ ਭੰਗਾਣੀ ਦਾ ਜੰਗ ਲੜ ਕੇ ਆਏ ਸੀ, ਜਿੱਤ ਪ੍ਰਾਪਤ ਕਰਕੇ ਆਏ ਸੀ, ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਮੇਰਾ ਨਾਮਕਰਨ ਕੀਤਾ ਸੀ ਤੇ ਨਾਂ ਰੱਖਿਆ ਸੀ ਅਜੀਤ ਸਿੰਘ, ਜਿਹੜਾ ਜਿੱਤਿਆ ਨਾ ਜਾਵੇ। ਤੇ ਮਹਾਰਾਜ ਨਾਮ ਕਾ ਅਜੀਤ ਹੋ, जीता ना जाऊंगा, जीता गया अगर तो जीता नहीं आऊंगा। नाम अजीत सिंह रखिया, मैं वैरियां तो जित्तिया नहीं जावांगा। ते जे किते वैरियां दे नाल लड़दियां महाराज जी, जे मैं जित ना सकिया, वैरियां नूं ना मार सकिया सारियां नूं, ते महाराज जी मैं बचन करदा भी जिउंदा वापस नहीं आवांगा, शहीदी प्राप्त करांगा। कलगीधर पातशाह जी महाराज जी ने घुट के सीने नाल ला के सिर ते हथ फेरदियां बाबा अजीत सिंह जी नूं भेजिया। साहब बाबा अजीत सिंह जी दे नाल कुछ सिंघां दा जथा गया। रण तत्ते विच साहिबजादा बाबा अजीत सिंह जी बड़ी बहादरी नाल खूब दलेरी नाल लड़े। वैरियां नाल लड़दियां लड़दियां दूर तक गए। पहला नेजा टुट गया, नेजे दी चूड़ उखड़ गई ते तलवार कड्डी ते तलवार नाल कटदियां कटदियां वैरियां नूं तलवार एक लोहे दी ढाल ते वजी ते तलवार भी टुट गई। घोड़ा शहीदी पा गया। बाबा अजीत सिंह जी निहत्थे हो गए। गात्रे विच केवल एक कटार सी कमर कसे च। हाथी दी अंबारी दे उत्ते एक पठान बैठा है, इहदा नाम है अनवर खान। ये अनवर खान नाम दा पठान अंबारी विच बैठा वेख रहा, हाथी दी अंबारी विच। जदों वेख्या कि साहिबजादा बाबा अजीत सिंह जी दी तलवार टुट गई है, निहत्थे हो गए ने, उच्ची आवाज विच अपने सिपाहियां नूं वंगार के कहंदा, फड़ लो गुरु दे फरजंद नूं जिउंदा, पकड़ के बादशाह औरंगजेब कोल लिजा के इनाम प्राप्त करांगे। ये गल जदों बाबा अजीत सिंह जी ने सुनी, कौन फड़ सकदा सी शेर दे बच्चे नूं? जेड़ा नेड़े आया मार पार बुलाया। पब्बा भरने हो के उच्ची छाल मारी, हाथी दी अंबारी दे विच अपणियां जड़ियां कूणियां दियां अरकां हुंदियां आ थलड़े पासियों ये अड़ा लईयां। म्यान विचों कटार कड्डी है। अनवर खान बैठा सी हाथी दी अंबारी ते ओहदे चित चेते भी नहीं सी भी थल्लियों छाल मार के कोई हाथी ते चढ़ के मैनू मार सकता है। ओहदे ज़हन विच भी नहीं सी कि मैं जिस नूं कह रहा फड़ लो गुरु दे फरजंद नूं जिउंदा बादशाह कोल भेंट करके नाम करा लवांगे, वो नहीं सी जानदा कि मेरा काल है। बाबा अजीत सिंह जी ने कटार कड्डी है, हाथी दी अंबारी दी विच अपणियां कूणियां फसा के ते कटार दे नाल अनवर खान दे पेट च वार करके ओदियां आंदरां कढ के बाहर सुट दित्तियां। पिछों किसे ने तीर चलाया, किसे ने गोली चलाई, किसे ने नेजा, किसे ने बरछा। अनेकां वार कहंदे साहिबजादा बाबा अजीत सिंह जी दे तन ते लगे शस्त्रां दे वारां दी गिणती नहीं सी। अनेकां वार शरीर ते होए शस्त्रास्त्रां दे ते साहिबजादा बाबा अजीत सिंह जी कलगियां वाले पातशाह की निगाह के सामने अज दे दिन रण तत्ते विच शहादत का जाम प्राप्त कर गए। सत श्री अकाल। साहिबजादा बाबा जुझार सिंह जी ने बड़े वीर नूं जूझदियां वेख लिया। 14 साल की उम्र है, चेहरे ते दाड़ा नहीं आया। कलगियां वाले पातशाह नूं बेनती कीती, गरीब नवाज आग्या दिओ वड्डे वीर वांगू रण तत्ते च मैं भी लड़ के शहीदी पावां। गरीब नवाज पातशाह जी ने सीस ते हथ फेरिया। लिखदे आ विद्वान महाराज जी कहंदे कल थे 4, अब थे 2, अब तुम भी चले हो। कल 4 सी, 4 साहिबजादे, 2 विछड़ गए सन नालों, 2 रह गए सी, एक शहीदी पा गया, हुण तुसी रह गए हो। बेटा नाजों से पले हो, दुनिया हुई अंधेर,
जब आंख से टले हो। बड़िया नाजां नाल पले हो तुसीं आनंदपुर साहब च, ते बड़े प्यारे हो साडे। कल 4 सी, अज 2 हो। तुसीं भी चले हो रण तत्ते च। आ मैं तुहाडियां घोड़ियां पढ़ लवां। मौत रूपी लाड़ी नूं विआहण जा रहे हो। सीस ते आप गुरदेव कलगी सजाउंदे है। आप अपने हत्थीं अपने लाल दे गातरे च श्री साहब सजाउंदे है, ते सिर ते हथ फेरदे कहंदे बेटा जुझार सिंह, इन्ना याद रखियो कि तुसी साहबजादा अजीत सिंह दे छोटे भरा हो। संकेत है कि बाबा अजीत सिंह वांगू रण तत्ते विच लड़ के शहीदी पाउणी है। बाबा जुझार सिंह जी ने गुरदेव दे चरनां ते प्रणाम कीती। किस पिता दा जिगरा हो सकता है? एक पुत्र नेत्रां दे सामने जंग दे मैदान विच कट के पुरजा पुरजा कट के शहीदी प्राप्त कर चुका है, ते दूजे नूं भी कहदे आ जा पुत्रा रण तत्ते विच वैरी नाल जाके लड़ना। ते जिगरा इन्ना कि नेत्रां चों नीर नहीं वहाउंदे, सगों निरंकार अकाल पुरख वाहिगुरु परमेश्वर दा शुक्र कर रहे ने। ये जिगरा केवल महाराज गुरु कलगीधर पातशाह दा जिगरा है। बाबा जुझार सिंह जी गए ने, 5 ਸਿੰਘਾਂ ਦਾ ਜਥਾ ਨਾਲ ਸੀ, रण तत्ते विच लड़े। कहते इतनी दलेरी, इतनी फुर्ती ते इतनी तेजी नाल बाबा जुझार सिंह जी लड़े कि वैरी दे घेरे नूं चीरदियां 3-4 कोह तक अगे तक चले गए। दुश्मन दंदां थल्ले उंगलियां चबा चबा वेखदा ये की है। अल्लाह यारखा योगी लिखदा है, वो कहता ये नीमचा लाए हैं गुरु जी की कमर से। नीमचा एक तलवार हुंदी है, डांग नाल भी ਉਹਦੇ ਨਾਲ लड़िया जाए तो तलवार टुटदी नहीं। दूजा डांग होवे दूजे दे हथ, आम तलवारां टुट जांदियां। नीमचा छेती किते टुटदा नहीं, लम्मा हुंदा है ते दूर तक मार करदा, नूं नीमचा कहंदे है। कहंदे कमाल है, ਇਹ नीमचा शस्त्र कलगीधर दे कमर कस्से चों निकलिया, वैरियां नूं हिच हिच के मारदा। अनेकां नूं मारदियां मारदियां साहबजादा बाबा जुझार सिंह जी भी रण तत्ते विच शहादत दा जाम प्राप्त करके धन गुरु तेग बहादुर साहिब 9वें पातशाह दे चरनां च जा पहुंचे हैं। बाकी सिंह भी लड़दियां प्यारे भाई हिम्मत सिंह जी, भाई मोहकम सिंह जी, भाई साहिब सिंह जी, ये 3 प्यारे पंजां चों रण तत्ते च लड़ के शहीदियां प्राप्त कर गए। भाई कोठा सिंह जी, भाई लाल सिंह जी वर्गे, भाई किरपा सिंह जी वर्गे अनेकां सिंह, भाई आलम सिंह जी वर्गे योधे जंग दे मैदान विच लड़दियां लड़दियां शहादत दा जाम प्राप्त कर गए। रात पै गई, वैरी विच जिगरा नहीं पिया कि चमकौर दी गढ़ी दे कोई नेड़े लग सकदा। लाशां दे ढेर लगे हुए सन चारे पासे। दूर तक दुश्मन इउं जापदा सी जिवें समुंदर दा पानी होवे, ते चमकौर दी गढ़ी इउं जापदी सी जिवें उस समुंदर दे पानी विच एक छोटा जिहा टापू होवे। समुंदर दे विच जिवें एक छोटा जिहा टापू होवे। इस तरह लड़दियां लड़दियां सिंह शहीदियां पा गए। भाई दया सिंह, भाई धर्म सिंह, भाई मान सिंह, भाई संत सिंह, भाई संगत सिंह, ये 5 सिंह रह गए। इन्हां 5 नूं महाराज गुरु कलगीधर पातशाह जी ने अज दी रात गुरियाई दित्ती, जिहड़ी अज रात आउणी है। 5 नूं गुरियाई दित्ती गुरुदेव ने। आख्या सिख पंचन मैं वासा मेरा, पंच करैं से पीरन पीर। इन्हां 5 विच मेरा वासा है। अपनी कलगी भाई संगत सिंह दे सीस ते सजाउंदे, गातरे दी श्री साहब सिंघां दे गातरे सजाउंदे, नाले परकरमा करदियां कहंदे खालसा मोह मैं।
मैं खालसे मैं, खालसा मोह मैं खालसे मैं खालसे विच हां, खालसा मेरे विच है। खालसा मेरो रूप है खास, खालसे मैं हो करो निवास। खालसे विच मेरा वासा है, खालसे विच मेरा निवास है। पंजा ਸਿੰਘਾਂ ਦੀ परिक्रमा करदे खालसे विच पातशाह जी महाराज जी आप वरतदे ते खालसे नूं गुरता दित्ती है गुरुदेव ने। कोई आखे कि खालसे दा देहधारी गुरु कौन है, ते खालसे दा देहधारू सिख दा देहधारी गुरु गुरु खालसा पंथ है। देहधारी गुरु सिख दा समुच्चा खालसा पंथ है। और श्री गुरु ग्रंथ साहब जी शब्द गुरु ने, सुरती दे गुरु ने। रात पई ते ਸਿੰਘਾਂ ने बेनती की, महाराज आप जी इस गढ़ी नूं छड्ड के चले जाओ। कलगियां वाले पातशाह कहंदे ਸਿੰਘੋ इदां किवें चले जाइए, इदां जावांगे कल नूं कोई कायर कहेगा। नहीं महाराज, तुसी सूरमे हो, योधे हो, तुसी जाओगे साडे वर्गे अनेकां होर बन जाणगे, पर साडे वर्गियां कोलों करोड़ां कोलों भी रल के तुहाडे जैसा गुरु सानू किते नहीं लभना। महाराज तुसी जाओ। पंजा ने आख्या महाराज जी जाना पवेगा। जदों पंजा ਸਿੰਘਾਂ दा हुक्म हो गया, बार बार ਸਿੰਘਨ के कहबे निकसन की कर त्यारी। जदों ਸਿੰਘਾਂ ने बार बार कहा महाराज जाओ, संध्या होती विभीखणा, बड़ी भयानक डरावनी रात सी। किते कां, किते गिद्दड़ बोल रहे ने, किते कुत्ते बोल रहे सी मांस खा के बैरियां दियां छातियां दा। ते उस वक्त ਸਿੰਘਾਂ दे बार बार कहण ते महाराज जी ने तैयारी कीती जाण दी। कलगीधर स्वामी साहब सच्चे पातशाह भाई दया सिंह, धर्म सिंह ते मान सिंह, इन्हां तिन्नां ਸਿੰਘਾਂ नूं नाल लिया, लैके गरीब नवाज तिन्नां ਸਿੰਘਾਂ नूं चल पे। जाण तो पहला जिथे गुरुद्वारा ताड़ी साहब है चमकौर साहब, उथे खलो के गुरुदेव ने ताड़ी मारी कि लुक के छिप के नहीं जाना, वैरी नूं दस के जाना। महाराज जी कहंदे पीरे हिंद में रवद, कि सिखां दा गुरु जा रहा है, तुहाडे च किसे च ताण है, फड़न दी शक्ति है तां फड़ लो। दुश्मन नूं वंगार के जदों गए ते दुश्मन च एकदम भगदड़ मच गई। प्यो ने पुत नहीं सियाणिया ते पुत ने प्यो नहीं सियाणिया, भरावां भरा नहीं सियाणे। रात दा हनेरा आपस विच ही कटा वढ करके अनेकां मर गए। कलगीधर पातशाह जी महाराज जी लंघ के जा रहे ने, तिन्ने सिंह नाल ने। भाई दया सिंह जी ने वेख्या कि साहबजादा बाबा अजीत सिंह जी का शरीर पिया, एक पासे बाबा जुझार सिंह जी का शरीर है। कलगियां वाले पातशाह महाराज जी कोलों दी लंघ रहे ने। ममता नहीं, मोह नहीं, पता है कि मेरे लाल सूरमियां दी मौत मरे ने, बहादरां दी मौत मरे ने, ये शहीद ने। शहीदां नूं रोईदा नहीं, शहीदां दी शहादत नूं कोटि कोटि प्रणाम करीदा, नमस्कार करीदी है, क्योंकि वो शहीद होण तो बाद वैरियां तो जित प्राप्त करके गए ने। ते जदों जिते होण, जित्या होया नूं नमस्कार करीदी है, उन्हां नूं कोटि कोटि प्रणाम करीदी है। पातशाह इत्थों निकले ने, माछीवाड़े दे जंगलां वाले पासे गए ने।
बस एक तीर्थ है हिंद में, यात्रा के लिए तीर्थ बड़े ने संसार च, पर वो कहता जे मैं गल करा ते मैं इको तीर्थ ऐसा मन्नांगा जिथे यात्रा कीती सफली हुंदी है। बस एक तीर्थ है हिंद में यात्रा के लिए। जे यात्रा करनी है हिंदुस्तान दे वासियो, किसे तीर्थ दी तां इको एक तीर्थ है जिथे जाके यात्रा करके तुहाडी यात्रा संपूर्ण होवेगी। और वो तीर्थ है जहां बेटे कटाए बाप। बस एक तीर्थ है हिंद में यात्रा के लिए, जहां एक पिता ने अपने बच्चों नूं देश वास्ते, कौम वास्ते, धर्म वास्ते शहीदी प्राप्त करने लिए प्रेर के भेजे। कटाए बाप ने बेटे, जहां खुदा के लिए, खुदा दे वास्ते, जिथे अपने पुत्रां नूं शहीद करवाया, वो चमकौर साहब दा महान तीर्थ, चमकौर साहब दी वो महान जगह। उन्हां समुचे शहीदां नूं कोटि कोटि प्रणाम ते नमस्कार है। अरदास है शहीद सिंघां दे चरणां विच, महाराज जी किरपा करो, अपने पंथ ते दया दृष्टि करो। आप जी दे पाए पूरनियां ते चलण दी बल बुद्धि प्रेरणा प्रदान करो। अमृत वेले गुरुदेव जी ने सोरठ दी वार चों अज दे पावन पवित्र शब्द दी दात बख्शिश कीती है। आओ कुछ समय लिए सुरतियां बिरतियां एकाग्र करके शब्द विचारिए। अज 10 ਤੋਂ 11 बजे तक दीवान हाल विच चमकौर साहब जी दे समुचे शहीदां नूं याद करदिआं संगती रूप च जपजी साहब दे पाठ ते चौपाई साहब दे पाठ की हाजरी होवेगी। संगतां नूं बेनती है 10 ਤੋਂ 11 बजे तक दीवान हाल विच गुरुद्वारा श्री दुख निवारण साहब हाजरियां भरो और शहीदां नूं नतमस्तक होवो।